ਭਾਜੀ ਤੁਹਾਡੀ ਕੁੜੀ ਹੋਵੇ ਨਿਕਲ ਕੇ ਚੱਲ ਜੇ 27 ਸਾਲ ਪਹਿਲਾਂ ਤਾਂ ਤੁਸੀਂ ਅੰਦਰ ਵੜੋਗੇ। ਤੁਸੀਂ ਤੁਹਾਡੇ ਕੋਲ ਜ਼ਿਆਦਾ ਮੰਗੇ ਤੁਸੀਂ ਜ਼ਿਆਦਾ ਮੰਗੋ, ਤੁਹਾਡੇ ਕੋਲ ਜ਼ਿਆਦਾ ਮੰਗੇ ਤੁਹਾਨੂੰ ਥਾਣਿਆਂ 'ਚ ਘੁਗੇ ਤੁਸੀਂ ਦੱਸੋ ਕਿੱਥੇ ਵੜੋਗੇ। ਕੋਈ ਥਾਣਿਆਂ 'ਚ ਨਹੀਂ ਧੋਇਆ। ਮੁੰਡਾ ਜਵਾਨ ਹੋ ਗਿਆ ਤੁਸੀਂ ਆਪ ਸੋਚੋ ਨਾ। ਉਹ ਤਾਂ ਕਹਿੰਦੇ ਜੀ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਸਭ ਕੁਝ ਹੋਇਆ ਜੀ। ਪਰਿਵਾਰ ਦੀ ਕਿੱਥੇ ਸਹਿਮਤੀ ਹੈ? ਆ ਤੁਹਾਡੇ ਸਾਹਮਣੇ ਮੌਜੂਦ ਮੇਰੇ ਲਿਖੇ ਹੋਏ ਮੈਂ ਨਾਲ ਆ। ਸਾਡੀ ਕੋਈ ਨਹੀਂ ਲੱਗਦੀ ਹੈ। ਸਾਡੀ ਨਹੀਂ ਕੋਈ ਲੱਗਦੀ ਤੁਸੀਂ ਚਲੋ ਆ ਜਾਓ ਭਾਜੀ। ਅਸਲੀਅਤ ਤਾਂ ਦੱਸਾਂ ਇਹਨੂੰ ਤੈਨੂੰ ਸਮਝਾਇਆ ਸੀ ਦੀ ਰਹੀ ਤਾਂ ਵੀ ਇਹ ਮੈਨੂੰ ਰਵਾ ਕੇ ਕੱਢਦੇ ਰਹੇ ਨੇ। ਮੈਨੂੰ ਪਲੱਸ 2 ਚ ਵੀ ਧੋਇਆ, ਮੈਨੂੰ ਘਰੋਂ ਕੁੱਟਿਆ। ਮੇਰਾ ਬੇਟਾ ਛੋਟਾ ਸੀ, ਜੇ ਮੈਂ ਮਰਜ਼ੀ ਨਾਲ ਵਿਆਹ ਕਰਾ ਲਿਆ ਵੋਟੀ ਮੈਨੂੰ ਇੰਨਾ ਤੰਗ ਕਰਦੀ, ਮੈਂ ਕੀ ਕਰਾਂ? ਉੱਤੋਂ ਇੱਟਾਂ ਮਾਰਦੀ ਸਰ ਜੀ, ਤੁਸੀਂ ਵੇਖਿਆ ਕਿ ਨਹੀਂ ਕਿੰਨਾ ਬੁਰਾ ਇਸ ਜਨਾਨੀ ਨੇ ਮੇਰਾ ਹਾਲ ਕੀਤਾ। ਅੰਮ੍ਰਿਤਸਰ ਦੀ ਰਹਿਣ ਵਾਲੀ ਦਲਜੀਤ ਕੌਰ ਨਾਮ ਦੀ ਮਹਿਲਾ ਅੱਜ ਆਪਣੇ ਵਿਆਹ ਤੋਂ 27 ਸਾਲ ਬਾਅਦ ਵੀ ਅੱਜ ਆਪਣੀ ਮਾਂ ਨੂੰ ਮਿਲਣ ਦੇ ਲਈ ਤਰਸ ਰਹੀ ਹੈ। ਜੀ ਹਾਂ, ਇੱਕ ਅਜਿਹੀ ਕਹਾਣੀ ਹੈ। ਤੁਹਾਨੂੰ ਦੱਸ ਦਿੰਦੇ ਕਿ 27 ਸਾਲ ਪਹਿਲਾਂ ਦਲਜੀਤ ਕੌਰ ਨਾਮ ਦੀ ਮਹਿਲਾ ਦੁਆਰਾ ਵਿਆਹ ਕੀਤਾ ਗਿਆ ਸੀ। ਲਵ ਮੈਰਿਜ ਕੀਤੀ ਗਈ ਸੀ, ਆਪਣੀ ਫੈਮਿਲੀ ਦੀ ਰਜ਼ਾਮੰਦੀ ਦੇ ਨਾਲ ਕੀਤੀ ਗਈ ਸੀ। ਲੇਕਿਨ 27 ਸਾਲ ਦੇ ਬਾਅਦ ਅੱਜ ਜਦੋਂ ਉਹ ਆਪਣੇ ਘਰ ਆਉਂਦੀ ਹੈ, ਆਪਣੀ ਮਾਂ ਨੂੰ ਮਿਲਣ ਆਉਂਦੀ ਹੈ, ਤਾਂ ਘਰ ਜਿਹੜੇ ਉਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਤਾਂ ਇੱਕ ਗੁਹਾਰ ਲੈ ਕੇ ਆਈ ਸੀ ਕਿ ਉਹਨਾਂ ਨੂੰ ਉਹਨਾਂ ਦੀ ਮਾਂ ਦੇ ਨਾਲ ਮਿਲਾਇਆ ਜਾਵੇ, ਲੇਕਿਨ ਘਰ ਪਰਿਵਾਰ ਦੁਆਰਾ ਜਾਂ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ। ਤੇ ਆਖਿਰਕਾਰ ਵਜ੍ਹਾ ਕੀ ਹੈ, ਅਸੀਂ ਗੱਲਬਾਤ ਕਰ ਲੈਂਦੇ ਉਹਨਾਂ ਦੇ ਨਾਲ। ਤੇ ਮੈਡਮ, ਕੀ ਵਜ੍ਹਾ ਹੈ ਕਿ ਆਖਿਰਕਾਰ ਕਿਉਂ ਨਹੀਂ ਮਿਲਣ ਦੇ ਰਹੇ ਹੋ ਤੁਹਾਨੂੰ? ਹਾਂਜੀ, ਮੈਂ 25 ਸਾਲ ਪਹਿਲਾਂ 27 ਸਾਲ ਪਹਿਲਾਂ ਮੈਰਿਜ ਹੋਈ ਜੀ ਸੀ ਮੇਰੀ ਡੀਸੀ ਸਾਹਿਬ ਦੇ ਅੰਦਰ। ਮੈਂ ਮੈਰਿਜ ਕਰਵਾ ਲਈ ਸੀ ਆਊਟ ਆਫ ਕਾਸਟ। ਤੇ ਉਸ ਤੋਂ ਬਾਅਦ ਮੇਰੇ ਪਾਪਾ ਨੇ, ਮੇਰੇ ਡੈਡੀ ਨੇ ਸਾਈਨ ਵੀ ਕੀਤੇ, ਸਾਡੇ ਨਾਲ ਰਜ਼ਾਮੰਦੀ ਹੋਈ ਹੀ, ਸਹਿਮਤੀ ਹੋਈ ਹੀ। ਮੇਰੇ ਭੈਣ ਭਰਾ ਛੋਟੇ ਹੋਣ ਕਾਰਨ ਮੈਂ ਕਹਿੰਦੀ ਸੀ ਚੱਲ ਇਹਨਾਂ ਦਾ ਫਿਊਚਰ ਸਵਰ ਜੇ। ਮੈਂ ਨਹੀਂ ਆਈ ਇਸ ਘਰ 'ਚ ਕਿ ਮੇਰੀ ਮਾਂ ਦੁਖੀ ਨਾ ਹੋਵੇ, ਕਿਉਂਕਿ ਮੇਰੇ ਫਾਦਰ ਦੀ 2-3 ਸਾਲ ਬਾਅਦ ਡੈਥ ਹੋ ਗਈ ਸੀ। ਉਸ ਤੋਂ ਬਾਅਦ ਡੈਥ 'ਤੇ ਮੈਂ ਆਈ ਸੀਗੀ। ਮੇਰਾ ਭਰਾ ਪਲੱਸ 2 'ਚ ਛੋਟਾ ਜਿਹਾ ਸੀ, ਅਤੇ ਉਦੋਂ ਮੇਰਾ ਬੇਟਾ 3 ਸਾਲ ਦਾ ਮੈਂ ਲੈ ਕੇ ਆਈ। ਇਹਨੇ ਮੈਨੂੰ ਧੱਕੇ ਮਾਰ ਦਿੱਤੇ। ਮੈਂ ਕਿਹਾ ਕਹਿੰਦਾ ਨਿਕਲ ਜਾ, ਗੋਦੀ 'ਚ ਪਾਇਆ ਸੀ। ਮੈਂ ਕਿਹਾ ਡਿੱਗ ਜਾਏਗਾ। ਮੈਂ ਕਿਹਾ ਕੋਈ ਨਹੀਂ ਵੀਰ, ਮੈਂ ਚੱਲ ਜਾਂਦੀ ਹਾਂ। ਉਹਦੇ ਕੋਲ ਉਦੋਂ ਮਕਾਨ ਹੈਗਾ ਸੀ ਜੀ ਮੇਰੇ ਸਹੁਰਿਆਂ ਦਾ, ਅਤੇ ਉਹਦੇ ਵਿੱਚ ਮੈਂ ਆਪਣਾ ਆਟੋ ਲੈ ਕੇ ਮੇਰੇ ਆਦਮੀ ਨੂੰ ਮੈਂ ਉਹ ਪੈਸੇ ਜਿਹੜੇ ਆਟੋ ਦੇ ਉੱਪਰ ਲਾ ਕੇ ਕੰਮ ਕਾਰ ਸਟਾਰਟ ਕੀਤਾ, ਉਹ ਵੀ ਮੇਰਾ ਘਾਟੇ 'ਚ ਚਲੇ ਗਿਆ। 25 ਸਾਲ ਹੋ ਗਏ ਮੈਂ ਕਿਰਾਇਆ 'ਤੇ, ਇਹਨਾਂ ਕੋਲ ਸਭ ਕੁਝ ਹੈਗਾ। ਮੈਂ ਇੱਕ ਕਮਰਾ ਹੀ ਮੰਗ ਕਰਦੀ ਹਾਂ ਕਿ ਮੈਨੂੰ ਇੱਕ ਕਮਰਾ ਹੀ ਦੇ ਦੇਣ। ਨਹੀਂ, ਜਦੋਂ ਤੁਹਾਡੀ ਮੈਰਿਜ ਹੋਈ ਸੀ ਉਸ ਤੋਂ ਬਾਅਦ ਤੁਸੀਂ ਇੱਕੋ ਵਾਰੀ ਆਏ ਹੋ ਇਸ ਘਰ ਦੇ ਵਿੱਚ, ਦੂਜੀ ਵਾਰੀ ਨਹੀਂ ਆਏ? ਨਹੀਂ ਜੀ, ਫਿਰ ਉਸ ਤੋਂ ਬਾਅਦ ਮੈਂ ਕਿਹਾ ਕਿ ਚੱਲ ਕਿਸੇ ਵੇਲੇ ਮੈਨੂੰ ਪੁੱਛਣਗੇ, ਮੈਨੂੰ ਕਹਿਣਗੇ ਕਿ ਚੱਲ ਕੋਈ ਗੱਲ ਨਹੀਂ ਬੇਟਾ, ਗਲਤੀ ਹੋ ਗਈ ਜੋ ਵੀ। ਮੇਰੀ ਮਾਂ ਵੀ ਸਟ੍ਰੈਸ 'ਚ ਰਹਿੰਦੀ ਆ। ਮੇਰੀ ਮਾਂ ਨੂੰ ਇੱਕ ਦਿਨ ਮੈਂ ਮਿਲਣ ਆਈ ਸੀ, ਆ ਪਿੱਛੇ ਜੇ ਮੈਂ ਸਾਨੂੰ ਕਿਹਾ ਸੀ, ਉਹਨਾਂ ਨੇ ਮੇਰਾ ਸਾਰੀ ਗੱਲਬਾਤ ਕਰਾਈ। ਇਹਨੂੰ ਮਿਲਾਇਆ ਵੀ ACP ਸਾਹਿਬ ਨੇ, ਪ੍ਰਵੇਸ਼ ਚੋਪੜਾ ਜੀ ਨੇ, ਸਾਰੀ ਗੱਲਬਾਤ ਇਹਨੇ ਮੇਰੇ ਨਾਲ ਕੀਤੀ। ਮੈਂ ਮਾਫੀਆਂ ਵੀ ਮੰਗੀਆਂ ਉੱਥੇ ਸਰ ਜੀ। ਔਰ ਇਸ ਦੀ ਵੋਟੀ ਜਦੋਂ ਵੀ ਹੁਣ ਫਿਰ ਉਹਨਾਂ ਨੇ ਕਿਹਾ ਵੀ ਆ ਜਾਓ ਤੁਹਾਨੂੰ ਮਿਲਾ ਦਿੰਦੇ। ਮੈਂ ਆਈ ਆਪਣਾ ਬੇਟੇ ਨੂੰ ਇਕੱਲੇ ਨੂੰ ਲੈ ਕੇ। ਕਹਿੰਦੇ ਤੁਹਾਡੇ ਵੱਲੋਂ ਪੁਲਿਸ ਜਿਹੜੀ ਕੰਪਲੇਂਟ ਹੈ ਉਹ ਕੀਤੀ ਗਈ ਹੈ? ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਕੰਪਲੇਂਟ ਕੀਤੀ ਆ। ਸਰ ਨੇ ਸਭ ਕੁਝ ਮਿਲਾਇਆ ਸੀ। ਕਰੋਨਾ ਦੀ ਵਜ੍ਹਾ ਕਰਕੇ ਮੰਮੀ ਨੂੰ ਉਹਨਾਂ ਨੇ ਨਹੀਂ ਬੁਲਾਇਆ, ਅਤੇ ਉਹ ਕਹਿੰਦੇ ਕੋਈ ਨਹੀਂ ਤੂੰ ਘਰ ਮਿਲ ਲਾ, ਤੇਰੇ ਬ੍ਰਦਰ ਨੂੰ ਟਾਈਮ ਦਿੱਤਾ। ਉੱਪਰ ਚੜ੍ਹ ਗਏ, ਇਹਨਾਂ ਨੇ ਆਖਿਆ ਗੱਲ ਕਰ ਲਾ। ਮੰਮੀ ਉੱਪਰ ਆਈ, ਮੰਮੀ ਨੂੰ ਕਹਿੰਦੇ ਸੁਣਦਾ ਨਹੀਂ ਆ ਮੰਮੀ ਨੂੰ, ਇੱਥੇ ਗੱਲ ਕਰ ਲਾ ਜਿਹੜੀ ਕਰਨੀ। ਅਤੇ ਮੈਂ ਬੋਲਦੀ ਰਹੀ, ਪਤਾ ਨਹੀਂ ਮੇਰੇ ਮੰਮੀ ਨੂੰ ਮੇਰੀ ਭਾਬੀ ਨੇ ਦਬਾਇਆ। ਮੰਮੀ ਨੂੰ ਇਸ਼ਾਰੇ ਕਰਦੀ ਸੀ, ਮੇਰੇ ਮੰਮੀ ਉਹਨੂੰ ਇਸ਼ਾਰੇ ਕਰਕੇ ਪੁੱਛਦੇ ਸੀਗੇ ਕਿ ਕੀ ਕਵਾਂ ਮੈਂ ਇਹਨਾਂ ਨੂੰ, ਅਤੇ ਕਹਿੰਦੀ ਸੁਣਦਾ ਨਹੀਂ ਹੈਗਾ। ਅਤੇ ਮੈਂ ਕਿਹਾ ਵੀ ਮੈਨੂੰ ਮਿਲ ਲੈਣ ਦਿਓ। ਕਹਿੰਦੇ, ਮੈਂ ਕਿਹਾ ਹੱਥ 'ਤੇ ਲਾ ਲੈਣ ਦਿਓ ਮਾਂ ਨੂੰ। ਕਹਿੰਦੀ ਨਹੀਂ, ਹੱਥ ਨਹੀਂ ਲਾਉਣ ਦੇਣਾ, ਇੱਥੇ ਗੱਲ ਕਰ ਲਾ ਜਿਹੜੀ ਕਰਨੀ। ਸਰ ਜੀ, ਮੈਂ ਆਪਣਾ ਬੇਟਾ ਲੈ ਕੇ ਵਾਪਸ ਚਲੇ ਗਈ। ਮੈਂ ਕੀ ਗੁਨਾਹ ਕਰ ਲਿਆ? ਇਹਨਾਂ ਨੇ ਤੇ ਮੈਨੂੰ ਮਾਰ ਛੱਡਿਆ, ਸਮਝ ਲੈਣ। ਸੱਚੀ ਮਾਰ ਦਿੰਦੇ ਮੈਨੂੰ। ਕਿਉਂ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ? ਹਾਂਜੀ, ਮੈਨੂੰ ਸਰ ਜੀ, ਮੈਨੂੰ ਇੱਕ ਕਮਰਾ ਹੀ ਮੰਗਿਆ ਹੀ। ਇਹਨਾਂ ਦੇ ਕੋਠੀਆਂ ਕਾਰਾਂ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ। ਮੰਮੀ ਦੀਆਂ 2 ਪੈਨਸ਼ਨਾਂ ਨੇ। ਇਹ ਵੋਟੀ ਦਾ ਮੈਨੂੰ ਨਹੀਂ ਪਤਾ ਕਿ ਮੇਰੀਆਂ ਭੈਣਾਂ ਨੂੰ ਵੀ ਮਿਲਦੀ ਆ ਕਿ ਨਹੀਂ। ਮੇਰੀਆਂ ਭੈਣਾਂ ਡਰਦੇ ਸਹੁਰਿਆਂ ਤੋਂ ਆਪਣੇ ਮਨ ਦੇ ਵਿੱਚ ਲੈ ਕੇ ਬੈਠੀਆਂ, ਪਰ ਉਹਨਾਂ ਨੇ ਮੇਰੇ ਖਿਲਾਫ ਹੀ ਬੋਲਣ ਪਾਏ। ਮੈਂ ਫਿਰ ਵੀ ਮੇਰਾ ਇੱਕ ਸਵਾਲ ਹੈ ਮੈਮ ਕਿ ਤੁਸੀਂ ਜਦੋਂ ਆਏ ਸੀ, ਤੁਸੀਂ ਇਹਨਾਂ ਦੇ ਕੋਲੋਂ ਕੋਈ ਮੰਗ ਕੀਤੀ ਸੀ ਕਿ ਹਿੱਸਾ ਦਿੱਤਾ ਜਾਵੇ, ਜਾਂ ਸਿਰਫ ਮਿਲਣ ਲਈ ਕਿਹਾ ਗਿਆ ਸੀ ਕਿ ਮੈਂ ਮਾਂ ਨੂੰ ਮਿਲਣਾ? ਨਹੀਂ ਜੀ, ਪਹਿਲੇ ਮੈਨੂੰ ਇੱਥੇ ਗੱਲ ਹੋਈ ਸੀ ਕਿ ਡਾਕਟਰ ਸਾਹਿਬ ਗਵਾਚ ਗਏ ਆ, ਅਤੇ ਮੈਨੂੰ ਇੱਥੇ ਗੁਰਜੰਟ ਸਿੰਘ ਭਾਜੀ ਰਹਿੰਦੇ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਡਾਕਟਰ ਸਾਹਿਬ ਕਿਹੜੇ, ਮੈਨੂੰ ਕਿਤੋਂ ਪਤਾ ਲੱਗਾ। ਮੈਂ ਲੈ ਕੇ ਆਪਣੇ ਭਰਾ ਦੇ ਘਰ ਆਈ,
ਤੇ ਅੱਗੇ ਮੈਂ ਵੇਖਿਆ ਤੇ ਮੇਰਾ ਭਰਾ ਚੰਗਾ ਭਲਾ ਹੀ, ਮੈਂ 3-4 ਜਣੇ, ਮੇਰੇ ਮਕਾਨ ਮਾਲਕ ਦੀਦੀ ਆ, ਉਹਦੇ ਹਸਬੈਂਡ ਆ, ਉਹ ਲੈ ਕੇ ਆਈ। ਮੈਂ ਉਹਨਾਂ ਨੂੰ, ਮੈਂ ਕਹਿੰਦੀ ਆ ਤੈਨੂੰ ਤੇਰੀ ਮਾਂ ਨਾਲ ਮਿਲਾ ਕੇ ਲਿਆਉਣੀ ਆ, ਇੰਨੇ ਚਿਰ ਦੀ ਤੂੰ ਰੋਂਦੀ ਰਹਿੰਦੀ। 11 ਸਾਲ ਮੈਂ ਉਹਦੇ ਘਰ ਰਹੀ ਸੀ ਜੀ, ਤੇ ਉਹ ਮੈਨੂੰ ਲੈ ਕੇ ਆਏ। ਪਰ ਮੇਰੀ ਭਾਬੀ ਨੇ ਮੈਨੂੰ ਬਹੁਤ ਗਾਲੀ ਗਲੋਚ ਕੀਤਾ। ਉਹ ਦੀਦੀ ਨੇ ਸਗੋਂ ਉਹਨੂੰ ਜਵਾਬ ਦਿੱਤੇ, ਪਰ ਮੈਂ ਆਪਣੀ ਭਾਬੀ ਨੂੰ ਕੋਈ ਪਰਤ ਕੇ ਜਵਾਬ ਨਹੀਂ ਦਿੱਤਾ। ਇਹ ਕਦੀ ਕਹਿੰਦਾ ਮੈਂ ਮਰ ਜਾਣਾ ਜਾਂ ਮੈਂ ਮਾਰ ਦੂੰਗਾ ਜੇ ਮੈਨੂੰ ਇਹਨੇ ਬੁਲਾਇਆ, ਮੈਂ ਅੰਦਰੋਂ ਬਾਹਰ ਨਹੀਂ ਨਿਕਲਣਾ। ਏਸੀ ਸਾਹਿਬ ਨੇ ਦੇ ਅੱਗੇ ਮੈਂ ਹੱਥ ਜੋੜ ਕੇ ਰਿਕੁਐਸਟ ਕਰਕੇ ਇਹਨੂੰ ਬੁਲਾਇਆ ਸੀ। ਉੱਥੇ ਮਾਫੀਆਂ ਵੀ ਮੰਗੀਆਂ ਸਰ ਜੀ ਮੈਂ ਇਹਦੇ ਕੋਲੋਂ, ਪਰ ਇਹਨੇ ਹੁਣ ਆਈ, ਮੈਂ ਉਸ ਦਿਨ ਆਈ ਤਾਂ ਮੈਨੂੰ ਮੰਮੀ ਨੂੰ ਫਿਰ ਵੀ ਨਹੀਂ ਮਿਲਣ ਦਿੱਤਾ। ਹੁਣ ਫੇਰ ਕਹਿੰਦਾ, ਹੁਣ ਅੱਜ ਮੰਮੀ ਨੂੰ ਪੁਲਿਸ ਕੀ ਕਹਿ ਰਹੀ ਹੈ, ਉਹ ਕੀ ਕਹਿ ਰਹੀ ਹੈ? ਪੁਲਿਸ ਨੇ ਕਿਹਾ ਕਿ ਮੰਮੀ ਨੂੰ ਮਿਲਾ ਦਿੰਦੇ ਆ, ਤੇ ਇਹ ਮੈਂ ਆਈ ਸੀ ਘਰ, ਸਰ ਨਹੀਂ ਮਿਲਣ ਦਿੱਤਾ। ਕਰੋਨਾ ਦੀ ਵਜ੍ਹਾ ਕਰਕੇ ਸਰ ਨੇ ਮੰਮੀ ਨੂੰ ਨਹੀਂ ਬੁਲਾਇਆ, ਉੱਥੇ ਕਰੋਨਾ ਚੱਲ ਰਿਹਾ ਸੀ ਨਾ, ਕੋਵਿਡ ਦੇ ਕਾਰਨ ਨਹੀਂ ਬੁਲਾਇਆ। ਅੱਜ ਵੀ ਇੱਟ ਮਾਰਨ ਪੈ ਗਈ ਮੇਰੀ ਭਾਬੀ, ਮੈਂ ਉਹ ਤੋਂ ਡਰਦੀ ਨਹੀਂ ਆਉਂਦੀ ਹੈਗੀ ਸਰ ਜੀ। ਉਹ ਬਹੁਤ ਜ਼ਿਆਦਾ ਮੇਰੇ ਮੰਮੀ ਨੂੰ ਵੀ ਸਟੈਚਸ ਰੱਖਦੀ ਆ। ਤੁਸੀਂ ਜਦੋਂ ਇੱਕ ਗੱਲ ਕਰ ਰਹੇ ਸੀ ਕਿ ਤੁਹਾਨੂੰ ਜਾਇਦਾਦ ਦਾ ਜਿਹੜਾ ਹਿੱਸਾ ਵੀ ਤੁਸੀਂ ਮੰਗ ਕਰ ਰਹੇ ਸੀ ਕਿ ਤੁਹਾਨੂੰ ਚਾਹੀਦਾ ਹੈ, ਕਿ ਉਸ ਸੰਬੰਧ ਦੇ ਵਿੱਚ ਕੀ ਕਿਹਾ? ਹਾਂਜੀ, ਮੈਂ ਕਿਹਾ ਕਿ ਵੀ ਮੈਨੂੰ ਇੱਕ ਕਮਰਾ ਹੀ ਦੇ ਦਿਓ। ਕਹਿੰਦੇ ਮੰਮੀ ਦੀ ਗੱਲ ਸੁਣ ਲਾ, ਤੈਨੂੰ ਕੁਝ ਨਹੀਂ ਮਿਲਣਾ। ਮੇਰੇ ਮੰਮੀ ਨੂੰ ਇਹਨਾਂ ਨੇ ਜ਼ਬਰਦਸਤੀ ਸਭ ਕੁਝ ਮੇਰੇ ਖਿਲਾਫ ਭੜਕਾ ਕੇ ਰੱਖਿਆ। ਕਹਿੰਦੇ ਕਿ ਮਾਂ ਮੇਰੀ ਮਜਬੂਰ ਆ ਨਾ, ਉਹ ਵੀ ਬਜ਼ੁਰਗ ਆ ਸਰ ਜੀ, ਅਸੀਂ ਵੀ ਬਜ਼ੁਰਗ ਹੋਣਾ, ਪਰ ਰੱਬ ਨੂੰ ਤੇ ਜਾਨ ਦੇਣੀ ਆ ਨਾ। ਤੇ ਜੇ ਨਹੀਂ ਇਨਸਾਫ ਮਿਲਦਾ ਜਾਂ ਪੁਲਿਸ ਦੇ ਅਧਿਕਾਰੀ ਨਹੀਂ ਇਨਸਾਫ ਤੁਹਾਨੂੰ ਦਿੰਦਾ ਤਾਂ ਕੀ ਕੋਰਟ ਦਾ ਰੁਖ ਕੀਤਾ ਜਾਏਗਾ ਤੁਹਾਡੇ? ਹਾਂਜੀ ਸਰ ਜੀ, ਫਿਰ ਕੋਰਟ ਦਾ ਹੀ ਰੁਕ ਕੀਤਾ ਜਾ ਸਕਦਾ, ਹੋਰ ਕੀ ਹੈ। ਪਰ ਮੈਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇ ਸਰ ਜੀ। ਡਾਕੂਮੈਂਟਸ ਇਹਦੇ ਕੋਲ ਨੇ, ਮੇਰੀ ਮਾਂ ਤਾਂ ਕੁਝ ਬੋਲਣ ਵਾਲੀ ਹੈ ਹੀ ਨਹੀਂ, ਮੈਨੂੰ ਇੰਨਾ ਪਤਾ ਹੈ ਜੀ। ਮੈਨੂੰ ਉਹਨੇ ਜਨਮ ਦਿੱਤਾ, ਜੋ ਕਰਾਉਂਦੀ ਪਈ ਮੇਰੀ ਭਾਬੀ ਮੇਰੇ ਭਰਾ ਨੂੰ ਮਗਰ ਲਾ ਕੇ ਫੇਰ ਕਰਵਾਉਂਦੀ ਪਈ ਹੈ ਬਸ। ਇਲਾਕੇ ਦੇ ਮੌਤਵਾਰ ਵੀ ਨਾਲ ਪਹੁੰਚੇ ਹੋਏ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਹੁਣ ਤੱਕ ਕੀ ਕਾਰਵਾਈ ਪੁਲਿਸ ਦੇ ਅਧਿਕਾਰੀ ਵੱਲੋਂ ਕੀਤੀ ਗਈ। ਸਰ, ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ? ਕਿਉਂਕਿ ਕੰਪਲੇਂਟ ਕੀਤੀ ਗਈ ਸੀ ਕਿ ਇਹਨਾਂ ਨੂੰ ਇਹਨਾਂ ਦੀ ਮਦਦ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ, ਤਾਂ ਹੁਣ ਤੱਕ ਪੁਲਿਸ ਨੇ ਕੀ ਕਿਹਾ? ਸਰ, ਮੈਂ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸਨੀ ਅਰੋੜਾ ਅੰਮ੍ਰਿਤਸਰ ਤੋਂ। ਸਰ, ਇੱਕ ਸਾਡੀ ਭੈਣ ਹੈਗੀ ਆ, ਇਹਨਾਂ ਨੇ ਅੱਜ ਤੋਂ 27 ਸਾਲ ਪਹਿਲੇ ਇੱਕ ਆਊਟ ਆਫ ਕੋਸਟ ਦੇ ਵਿੱਚ ਮੈਰਿਜ ਕਰਵਾਈ ਹੈਗੀ ਸੀ, ਤੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਉਹਦੇ ਭਰਾ ਨੇ, ਇਹਨਾਂ ਦੇ ਜੀਵਨਜੋਤ ਸਿੰਘ ਨੇ ਆਪਣਾ ਇਹਨਾਂ ਨੂੰ 27 ਸਾਲ ਤੋਂ ਬਾਅਦ ਨਾ ਆਪਣੀ ਮਾਂ ਨੂੰ ਮਿਲਣ ਦਿੱਤਾ, ਤੇ ਹੁਣ ਵੀ ਆਸ਼ਵਾਸਨ ਲਗਾ ਕੇ ਬੈਠੇ ਕਿ ਮੇਰੀ ਮਾਂ ਨੂੰ ਇੱਕ ਵਾਰੀ ਮਿਲਣ ਦਿੱਤਾ ਜਾਵੇ, ਤੇ ਜੋ ਵੀ ਹੈਗਾ ਤੇ ਮਾਂ ਤੇ ਬੇਟੀ ਨੂੰ ਆਪਣਾ ਮਿਲਾਇਆ ਜਾਵੇ। ਇਹਨਾਂ ਦੇ ਸੀਪੀ ਸਾਹਿਬ, ਪੁਲਿਸ ਕਮਿਸ਼ਨਰ ਸਾਹਿਬ ਨੂੰ ਆਪਣਾ ਕੰਪਲੇਂਟ ਕੀਤੀ ਸੀ, ਉਹਦੀ ਏਸੀਪੀ ਸੈਂਟਰਲ ਪ੍ਰਵੇਸ਼ ਚੋਪੜਾ ਜੀ ਦੇ ਕੋਲ ਆਈ ਹੋਈ ਆ, ਤੇ ਜੋ ਅਸੀਂ ਮਿਲੇ ਵੀ ਹੈਗੇ ਉਹਨਾਂ ਨੂੰ, ਤੇ ਅਸੀਂ ਕਹਿੰਦੇ ਜੋ ਪ੍ਰਸ਼ਾਸਨ ਕਰੇਗਾ, ਪੁਲਿਸ ਪ੍ਰਸ਼ਾਸਨ, ਤੇ ਇਹ ਮਾਂ ਤੇ ਬੇਟੀ ਨੂੰ ਮਿਲਾਇਆ ਜਾਵੇ। ਤੇ ਜੋ ਵੀ ਹੈਗਾ, ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦੇ ਹੋਏ, ਮੱਦੇ ਨਜ਼ਰ ਦੇਖਦੇ ਹੋਏ, ਤੇ ਪੁਲਿਸ ਵੀ ਥੋੜੀ ਸਤਰਕ ਹੈਗੀ ਆ, ਤੇ ਐਸੇ ਮਾਰਨ ਅਸੀਂ ਪੁਲਿਸ ਪ੍ਰਸ਼ਾਸਨ ਏਸੀਪੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਆਪਣਾ ਇਹ ਮਾਂ ਤੇ ਬੇਟੀ ਨੂੰ ਮਿਲਾਇਆ ਜਾਵੇ। ਜੇ ਇਹ ਜ਼ਬਰਦਸਤੀ ਨਹੀਂ ਕਰਨਗੇ ਤੇ ਇਹਦੇ ਵਿੱਚ ਆਪਣੀ ਪੂਰੀ ਸ਼ਿਵ ਸੈਨਾ ਅਸੀਂ ਟੀਮ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਫੇਰ ਮਿਲਾਂਗੇ, ਤੇ ਇਹ ਮਾਂ ਦੀ ਬੇਟੀ ਨੂੰ ਨਹੀਂ ਮਿਲਾਇਆ ਗਿਆ ਤੇ ਅਸੀਂ ਕੋਰਟ ਦਾ ਰੁਖ ਕਰਾਂਗੇ। ਬਿਲਕੁਲ, ਅੱਜ ਤੁਸੀਂ ਆਏ ਹੋ ਅਸ਼ੋਕ ਵਿਹਾਰ ਦੇ ਵਿੱਚ, ਕੀ ਮਿਲਾਨ ਲਈ ਆਏ? ਹਾਂਜੀ, ਅਸੀਂ ਮਿਲਾਨ ਆਏ ਆ ਮਾਂ ਤੇ ਬੇਟੀ ਨੂੰ, ਪਰ ਇਹਨਾਂ ਦੀ ਜਿਹੜਾ ਭਾਬੀ ਜੀ ਹੈਗੇ ਨੇ ਉਹ ਮਿਲਣ ਨਹੀਂ ਦੇ ਰਹੇ। ਉਤੋਂ ਇਹਨਾਂ ਨੂੰ ਇੱਟ ਵਗੈਰਾ ਚੁੱਕ ਕੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਇਹ ਕਹਿ ਰਹੇ ਹਾਂ ਕਿ ਜੇ ਇਹੋ ਜਿਹੀ ਹਰਕਤ ਦੁਬਾਰਾ ਹੋਈ ਤੇ ਫਿਰ ਇਹਦਾ ਖਾਮਿਆ ਇਹਨਾਂ ਨੂੰ ਭੁਗਤਣਾ ਪਏਗਾ। ਬਿਲਕੁਲ, ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸ਼ੋਕ ਵਿਹਾਰ ਦੀਆਂ ਤਸਵੀਰਾਂ ਨੇ, ਜਿੱਥੇ ਕਿ ਦਲਜੀਤ ਕੌਰ ਨਾਮ ਦੀ ਮਹਿਲਾ ਜਿਹੜੀ ਹੈ ਅੱਜ ਅਸ਼ੋਕ ਵਿਹਾਰ ਪਹੁੰਚੀ ਹੋਈ ਹੈ, ਆਪਣੇ ਯਾਨੀ ਕਿ ਪੇਕੇ ਪਰਿਵਾਰ ਦੇ ਵਿੱਚ ਪਹੁੰਚੀ ਹੋਈ ਤੇ ਆਪਣੀ ਮਾਂ ਨੂੰ ਮਿਲਣ ਦੇ ਲਈ ਪਹੁੰਚੀ ਹੋਈ। ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇਹਨਾਂ ਦੀ ਮਾਂ ਦੇ ਨਾਲ ਮਿਲਣ ਦੇਣਾ ਚਾਹੁੰਦੇ ਨੇ, ਮਿਲਾਉਂਦੇ ਨੇ ਜਾਂ ਨਹੀਂ ਮਿਲਾਉਂਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਤੁਹਾਨੂੰ ਮਿਲਣ ਆਈ ਮੰਮੀ, ਮੈਂ ਤੁਹਾਨੂੰ ਕਿਹਾ ਤੁਸੀਂ ਉਦੋਂ ਵੀ ਨਹੀਂ ਬੋਲੇ, ਬਹੁਤ ਬੁਰੀਆਂ ਗੱਲਾਂ ਕੀਤੀਆਂ ਤੂੰ। ਤੁਸੀਂ ਉਦੋਂ ਵੀ ਨਹੀਂ ਬੋਲੇ, ਮੈਂ ਕੀ ਕਿਹਾ? ਮੈਂ ਉਦੋਂ ਵੀ ਰੋ ਕੇ ਚਲੇ ਗਈ, ਤੁਸੀਂ ਦਰਵਾਜ਼ਾ ਨਹੀਂ ਖੋਲਿਆ। ਦੌੜ ਜਾ ਇੱਥੋਂ। ਤੁਸੀਂ ਦਰਵਾਜ਼ਾ ਨਹੀਂ ਖੋਲਿਆ। ਨਹੀਂ ਹੁਣ ਸੋਨੂੰ, ਤੂੰ ਜੋ ਹੀ ਕਰਵਾਉਂਦਾ ਤੂੰ ਹੀ ਕਰਵਾਉਂਦਾ ਮੰਮੀ ਕੋ। ਅੱਛਾ, ਮੰਮੀ ਸਿਆਣੇ ਆ, ਪੜ੍ਹੇ ਲਿਖੇ, ਉਹਨਾਂ ਨੂੰ ਪਤਾ ਸਭ। ਮੈਨੂੰ ਪਤਾ ਹੈ ਸਾਰਾ, ਸਭ ਪਤਾ ਵਾ। ਇਹ ਤਸਵੀਰਾਂ ਅੰਮ੍ਰਿਤਸਰ ਦੇ ਅਸ਼ੋਕ ਵਿਹਾਰ ਦੀਆਂ ਤੁਸੀਂ ਦੇਖ ਰਹੇ ਹੋ, ਜਿੱਥੇ ਕਿ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਇੱਕ ਪਾਸੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਤਾ ਜੀ, ਕੀ ਗੱਲ ਕੀ ਹੋਈ ਹੈ? ਮਾਤਾ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਕੀ ਗੱਲ ਹੋਈ ਹੈ, ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ? ਤੁਹਾਡੀ ਬੇਟੀ ਹੈ ਜੀ। ਮਿਲਣ ਤੁਹਾਡੇ ਸਾਹਮਣੇ ਮਾਤਾ ਦੇ ਰੂਪ ਲਾ ਕੇ ਰਾਜੀ ਨਹੀਂ। ਦਰਵਾਜ਼ਾ 2 ਮਿੰਟ ਖੋਲ ਸਕਦੇ ਹੋ? ਗੱਲ ਕਰਨੀ ਚਾਹੁੰਦੇ ਅਸੀਂ। ਨਹੀਂ ਖੋਲ ਸਕਦੇ, ਉਹ ਨਾਲ ਆਈ ਆ, ਉਦੋਂ ਵਾੜਿਆ ਸੀ। ਠੀਕ ਹੈ, ਨਹੀਂ, ਤੁਸੀਂ ਇਸ ਚੀਜ਼ ਨੂੰ ਕਲੀਅਰ ਤੁਸੀਂ ਕਰ ਸਕੋਗੇ ਕਿ ਆਖਿਰਕਾਰ ਵਜ੍ਹਾ ਕੀ ਹੈ, ਕਿਉਂ ਨਹੀਂ ਇਹਨਾਂ ਨੂੰ ਅੰਦਰ ਵਾੜਿਆ ਜਾ ਰਿਹਾ? ਭਾਜੀ ਨਹੀਂ ਵਾੜ ਸਕਦੇ। ਤੁਹਾਡੀ ਕੁੜੀ ਹੋਵੇ, ਨਿਕਲ ਕੇ ਚੱਲ ਜੇ 27 ਸਾਲ ਪਹਿਲਾਂ, ਤਾਂ ਤੁਸੀਂ ਅੰਦਰ ਵੜੋਗੇ? ਤੁਸੀਂ ਤੁਹਾਡੇ ਕੋਲ ਜਾਇਦਾਦ ਮੰਗੇ, ਤੁਸੀਂ ਜਾਇਦਾਦ ਮੰਗੋ, ਤੁਹਾਡੇ ਕੋਲ ਜਾਇਦਾਦ ਮੰਗੇ, ਤੁਹਾਨੂੰ
ਥਾਣਿਆਂ 'ਚ ਘੁਗੇ ਤੁਸੀਂ ਦੱਸੋ ਕਿੱਦਾਂ ਅਸੀਂ ਮਾਰੋਗੇ ਕੋਈ ਥਾਣਿਆਂ 'ਚ ਨਹੀਂ ਧੋਇਆ। ਐਡਾ ਮੁੰਡਾ ਜਵਾਨ ਹੋ ਗਿਆ, ਤੁਸੀਂ ਆਪ ਸੋਚੋ ਨਾ। ਉਹ ਤਾਂ ਕਹਿੰਦੇ ਜੀ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਸਭ ਕੁਝ ਹੋਇਆ ਜੀ। ਪਰਿਵਾਰ ਦੀ ਕਿੱਥੇ ਸਹਿਮਤੀ ਹੈ? ਆ ਤੁਹਾਡੇ ਸਾਹਮਣੇ ਮੇਰੇ ਮੌਜੂਦ ਲਿਖੇ ਹੋਏ ਮੈਂ ਨਾਲ ਲਿਖੇ ਹੋਏ ਕਾਗਜ਼ ਆ। ਸਾਡੀ ਕੋਈ ਨਹੀਂ ਲੱਗਦੀ ਹੈ। ਸਾਡੀ ਨਹੀਂ ਕੋਈ ਲੱਗਦੀ ਮੰਮੀ ਚਲੋ ਆ ਜਾਓ ਭਾਜੀ। ਅਸਲੀਅਤ ਤਾਂ ਦੱਸਾਂ ਇਹਨੂੰ ਤੈਨੂੰ ਸਮਝਾਇਆ ਸੀ ਵੀਰ। ਹੈਲੋ ਤੁਹਾਨੂੰ ਸਮਝਾਇਆ ਸੀ ਨਾ ਉਦੋਂ। ਭਾਜੀ ਪ੍ਰੈਸ ਵਾਲੇ ਹੋ ਕੇ ਤੁਹਾਡੇ ਤੁਸੀਂ ਸਾਹਮਣੇ ਕਿਸੇ ਦੇ ਘਰ ਨਹੀਂ ਆ ਸਕਦੇ। ਮੈਂ ਹੁਣੇ ਫੋਨ ਆ ਕਰ ਜਾਓ ਬੰਦ ਕਰ ਦਿਓ। ਮੈਮ ਤੁਸੀਂ ਜਿਹਨੂੰ ਮਰਜ਼ੀ ਫੋਨ ਕਰੋ, ਅਸੀਂ ਘਰ ਦੇ ਤੁਹਾਡੇ ਬਾਹਰ ਖੜੇ ਆ, ਤੁਹਾਡਾ ਵਰਸ਼ਨ ਲੈਣ ਲਈ ਖੜੇ ਆ। ਤੁਸੀਂ ਕਿਸੇ ਦੇ ਘਰ ਦਾ ਸਾਡਾ ਅਸੀਂ ਤੁਹਾਡਾ ਵਰਸ਼ਨ ਲੈਣ ਨੂੰ ਖੜੇ ਆ, ਤੁਹਾਡੇ ਘਰ ਦੇ ਬਾਹਰ ਖੜੇ ਆ। ਸਿਰਫ ਤੁਹਾਡੀ ਪਰਮਿਸ਼ਨ ਹੋਏਗੀ ਤਾਂ ਅਸੀਂ ਤੁਹਾਡਾ ਵਰਸ਼ਨ ਲਵਾਂਗੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਪਰਿਵਾਰਿਕ ਮੈਂਬਰ ਜਿਹੜੇ ਨੇ ਇੱਕ ਪਾਸੇ ਜਿਹੜੀ ਬੇਟੀ ਹੈ ਉਹ ਆਪਣੀ ਮਦਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਕਿ ਆਖਿਰਕਾਰ 27 ਸਾਲ ਪੁਰਾਣੀ ਜਿਹੜੀ ਹੈ ਇੱਕ ਰੰਜਿਸ਼ ਦੱਸੀ ਜਾ ਰਹੀ ਹੈ ਘਰ ਦੇ ਵਿੱਚ। ਤਾਂ ਦੂਸਰੇ ਬੰਨੇ ਉਹ ਆਪਣੇ ਬਿਆਨ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਅਸੀਂ 27 ਸਾਲ ਪਹਿਲਾਂ ਜੋ ਕੁਝ ਹੋਇਆ ਸੀ ਉਸ ਤੋਂ ਬਾਅਦ ਕਿਉਂ ਉਹਨਾਂ ਨੂੰ ਘਰ ਦੇ ਵਿੱਚ ਦਾਖਲ ਕੀਤਾ ਜਾਵੇ। ਤਾਂ ਮੈਮ ਇੱਕ ਵੱਡਾ ਸਵਾਲ ਫਿਰ ਤੋਂ ਸਾਹਮਣੇ ਆਉਂਦਾ ਕਿ ਉਹ ਕਹਿੰਦੇ ਜੀ ਪਰਿਵਾਰ ਦੀ ਸਹਿਮਤੀ ਨਹੀਂ ਸੀ। ਨਹੀਂ ਜੀ ਨਹੀਂ, ਮੇਰੇ ਕੋਲ ਸਾਰੇ ਡਾਕੂਮੈਂਟਸ ਹੈਗੇ ਆ। ਬਸ ਤੁਸੀਂ ਕਹਿੰਦੇ ਪਰਿਵਾਰ ਦੀ ਸਹਿਮਤੀ ਸੀ, ਉਹ ਕਹਿ ਰਹੇ ਨੇ ਪਰਿਵਾਰ ਦੀ ਸਹਿਮਤੀ ਨਹੀਂ ਸੀ। ਨਹੀਂ ਜੀ, ਸਹਿਮਤੀ ਹੈਗੀ, ਮੇਰੇ ਕੋਲ ਡਾਕੂਮੈਂਟਸ ਹੈਗੇ, ਡੈਡੀ ਦੇ ਸਾਈਨ ਕੀਤੇ ਹੋਏ ਜੀ। ਜਿੰਨਾ ਤਾਂ ਕੀ ਮਰਜ਼ੀ ਕੀ ਇਹ ਕਹਿਣ। ਕੀ ਹੁਣ ਪੁਲਿਸ ਕੰਪਲੇਂਟ ਕੀਤੀ ਜਾਏਗੀ ਤੁਹਾਡੇ ਵੱਲੋਂ? ਮੈਂ ਵੇਖ ਲਾਂਗੀ ਬਸ। ਫਿਰ ਮੈਂ ਬਸ ਤੁਹਾਨੂੰ ਮੈਂ ਵੀ ਸਾਨੂੰ ਦੱਸ ਦਿੰਨੀ ਜਾ ਕੇ। ਪਿਛਲੀ ਵਾਰੀ ਵੀ ਮੈਂ ਆਈ ਸੀ, ਇਸ ਤਰ੍ਹਾਂ ਹੀ ਮੈਨੂੰ ਰਵਾ ਕੇ ਕੱਢਿਆ। ਤੁਸੀਂ ਕਿਹਾ ਮੰਮੀ ਨੂੰ ਸੁਣਦਾ ਨਹੀਂ ਆ, ਤੇ ਅੱਜ ਮੰਮੀ ਨੂੰ ਹੁਣ ਤੂੰ ਕਰਵਾਨਾ ਹੈ। ਸੋਨੂੰ ਤੇਰੀ ਨੀਤ ਮਾੜੀ ਹੋਈ ਆ, ਇੱਥੇ ਹੀ ਛੱਡ ਕੇ ਜਾਣਾ ਨਾ ਸਭ ਕੁਝ। ਆਹੋ ਤੇਰੀ ਹੋਈ ਆ। ਤਾਂ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇੱਕ ਪਾਸੇ ਅੰਮ੍ਰਿਤਸਰ ਦੀ ਦਲਜੀਤ ਕੌਰ, ਜਿਹੜੀ ਦਲਜੀਤ ਕੌਰ ਨਾਮ ਦੀ ਮਹਿਲਾ ਹੈ ਜਿਨ੍ਹਾਂ ਦਾ ਵਿਆਹ 25 ਤੋਂ 26 ਸਾਲ ਪਹਿਲਾਂ ਹੋਇਆ ਸੀ, ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਹੋਇਆ ਸੀ ਜਾਂ ਰਜ਼ਾਮੰਦੀ ਤੋਂ ਬਗੈਰ ਹੋਇਆ ਸੀ, ਇਹ ਤਾਂ ਵਿਚਾਰ ਚਰਚਾ ਦਾ ਬਣ ਰਿਹਾ ਹੈ। ਕਿਉਂਕਿ ਅਸੀਂ ਗੱਲਬਾਤ ਕਰਨੀ ਚਾਹਾਂਗੇ ਉਹਨਾਂ ਦੇ ਨਾਲ ਵੀ, ਜਿਹੜਾ ਕਿ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ 27 ਸਾਲ ਪਹਿਲਾਂ ਜਿਹੜਾ ਵਿਆਹ ਹੋਇਆ ਸੀ ਇਹ ਰਜ਼ਾਮੰਦੀ ਦੇ ਨਾਲ ਹੋਇਆ ਸੀ। ਲੇਕਿਨ ਦੂਜੇ ਪੱਖ ਇਹ ਕਹਿ ਰਹੇ ਨੇ ਕਿ ਇਹ ਰਜ਼ਾਮੰਦੀ ਦੇ ਨਾਲ ਨਹੀਂ ਸੀ ਹੋਇਆ। ਤਾਂ ਦੂਸਰੇ ਬੰਨੇ ਇਹ ਕਿਹਾ ਜਾ ਰਿਹਾ ਕਿ ਜਿਹੜਾ 27 ਸਾਲ ਪਹਿਲਾਂ ਦਾ ਇੱਕ ਰੋਸ ਸੀ ਉਹ ਅੱਜ ਕੱਢਿਆ ਜਾ ਰਿਹਾ। ਅੱਜ ਵੀ ਉਹਨਾਂ ਨੂੰ ਘਰ ਦੇ ਅੰਦਰ ਨਹੀਂ ਵਾੜਿਆ ਜਾ ਰਿਹਾ। ਤੇ ਦਲਜੀਤ ਕੌਰ ਦੇ ਨਾਲ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਕਿ ਆਖਿਰਕਾਰ ਹੁਣ ਕੀ ਉਹ ਕੋਰਟ ਦਾ ਰੁਖ ਕਰਨਗੇ ਜਾਂ ਨਹੀਂ। ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੋਰਟ ਦਾ ਰੁਖ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ। ਤਾਂ ਮੈਮ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹੁਣ ਕੋਰਟ ਦਾ ਰੁਖ ਕੀਤਾ ਜਾਏਗਾ ਤੁਹਾਡੇ ਵੱਲੋਂ? ਹਾਂਜੀ, ਮੈਂ ਇਸ ਵੋਟੀ ਤੇ ਜ਼ਰੂਰ ਐਕਸ਼ਨ ਲਿਆ ਜਾਏ ਜੀ। ਮੈਨੂੰ ਇੱਧਰ ਮਾਰਨ ਦੀਆਂ ਧਮਕੀਆਂ, ਮੇਰੇ ਨਾਲ ਕਈ ਕੁਝ ਕਰਨ ਨੂੰ ਪੈਂਦੀ ਜੇ। ਇਹਨੇ ਜੁਰਤ ਨਾਲ ਮੈਨੂੰ ਪਤਾ ਜੇ, ਮੈਂ ਪ੍ਰੂਫ ਸਾਬਤ ਹੋ ਵਜੇਗਾ। ਮਾਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਹਨਾਂ ਨੇ ਕਿਹਾ ਕਿ ਕੋਰਟ ਦਾ ਜ਼ਰੂਰ ਰੁਖ ਜਿਹੜਾ ਹੈ ਉਹ ਕੀਤਾ ਜਾਏਗਾ। ਹਾਂਜੀ ਮਾਤਾ ਜੀ, ਕੀ ਨਾਮ ਜੀ ਆਪਣਾ? ਹੂੰ, ਕੀ ਨਾਮ ਕੀ ਹੈ? ਨਾਮ ਦੱਸੋ ਆਪਣਾ। ਰਜਿੰਦਰ ਕੌਰ। ਤੇ ਕੀ ਗੱਲ ਤੁਸੀਂ ਆਪਣੀ ਕੁੜੀ ਨੂੰ ਮਿਲਣਾ ਚਾਹੁੰਦੇ ਜੀ? ਹੈ ਆਪਣੀ ਕੁੜੀ ਨੂੰ ਮਿਲਣਾ ਚਾਹੁੰਦੇ ਜੀ? ਨਹੀਂ ਨਹੀਂ, ਮੈਂ ਨਹੀਂ ਮਿਲਣਾ ਚਾਹੁੰਦੀ। ਕਿਉਂ ਨਹੀਂ ਮਿਲਣਾ ਚਾਹੁੰਦੇ? ਉਸ ਤਰ੍ਹਾਂ ਹੀ ਉਹ ਗੱਲਾਂ ਹੀ ਗਲਤ ਕਰਦੀ ਰਹੀ ਹੈ ਤੇ ਕਿੰਨੇ ਸਾਲ ਹੋ ਗਏ ਉਹਨੂੰ ਮਿਲਿਆ ਨੂੰ, ਤੁਸੀਂ ਛੱਡਿਆ ਨੂੰ? ਰਾਣੀ ਨੂੰ ਛੱਡਿਆ ਨੂੰ ਕਿੰਨੇ ਸਾਲ ਹੋ ਗਏ? 5-6 ਸਾਲ ਹੋ ਗਏ। ਨਹੀਂ ਜ਼ਿਆਦਾ ਹੋ ਗਏ ਜ਼ਿਆਦੇ ਹੋ ਗਏ। ਭਾਈ 27 ਸਾਲ ਹੋ ਗਏ। ਹੈ 27 ਸਾਲ ਤਾਂ ਤੁਹਾਡਾ 27 ਸਾਲ ਹੋ ਗਏ ਆ। 93 94 ਚ ਉਹਨੇ ਮੈਰਿਜ ਕਰਾਈ ਹੈ। ਉਹਦਾ ਤਾਂ ਤੁਸੀਂ ਛੱਡਤਾ ਆਪਣੀ ਹੈਂ? ਕੁੜੀ ਨੂੰ? ਉਹਦਾ ਤਾਂ ਛੱਡਿਆ ਜੀ ਆਪਣੀ ਕੁੜੀ ਨੂੰ? ਛੱਡਿਆ। ਤਾਂ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਨਸਾਫ ਇਹਨਾਂ ਨੂੰ ਮਿਲਦਾ ਹੈ ਜਾਂ ਨਹੀਂ। ਵੀਡੀਓ ਜਰਨਲਿਸਟ ਮਨੋਜ ਭਗਤ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ। ਕੋਈ ਨਹੀਂ, ਤੈਨੂੰ ਤੇ ਜਵਾਬ